ਸਾਹਿਬ ਜੀਓ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਧੰਨ ਵਾਹਿਗੁਰੂ ਸਾਹਿਬ ਜੀਓ ਸੰਤ ਕਾ ਦੋਖੀ ਅਦ ਬੀਚ ਤੇ ਟੁਟੈ ਸੰਤ ਕਾ ਦੋਖੀ ਕਿਤੈ ਕਾਜ ਨ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰਾਖਣ ਹਾਰ ਨਾਨਕ ਸੰਤ ਭਾਵੈ ਤਲੈ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੋਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਤਨ ਨਹੀਂ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਸੰਤ ਕਾ ਨਿੰਦਕ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਾ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕਾ ਦੁਖੀ ਸਦਾ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁਜੈ ਨ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕੇ ਦੋਖ ਨ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਹੋਏ ਪਿਆ ਕੀਰਤਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕਛ ਬਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ। अपना खेल
आप करने हार, दूसर कौन कह विचार। जिसनो कृपा करे तिस आपन नाम दे, बड़ भागी नानक जन से। जिसनो कृपा करे तिस आपन नाम दे, बड़ भागी नानक जन से। परम सन्मानयोग जुगो जुग अटल चबर तख्त दे मालक ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 280। ਆਓ ਗੁਰੂ ਪਿਆਰਿਓ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਸਮਝਾ ਰਹੇ ਨੇ। ਲੜੀਵਾਰ 13 ਨੰਬਰ ਅਸ਼ਟਪਦੀ ਹੈ ਜੀ ਇਹ। ਪਿਛਲੇ ਦੀਵਾਨਾਂ ਵਿੱਚ ਸ਼ਲੋਕ ਤੇ ਪਹਿਲੇ 4 ਬੰਦਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। 5 ਨੰਬਰ ਬੰਦ ਦੀ ਵਿਚਾਰ ਸ਼ੁਰੂ ਹੁੰਦੀ ਹੈ ਜੀ। ਸਤਿਗੁਰੂ ਜੀ ਕਹਿ ਰਹੇ ਨੇ, ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ। ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਰੱਬੀ ਪਿਆਰਿਆਂ ਬਾਰੇ, ਉਹ ਸੰਤ ਜਨਾਂ ਬਾਰੇ ਕਹਿ ਰਹੇ ਨੇ ਜੋ ਰੱਬ ਦੇ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ। ਕੱਲ ਵੀ ਆਪਾਂ ਇਹ ਗੱਲ ਸਮਝ ਰਹੇ ਸੀ ਜੀ। ਸੱਚ ਦੇ ਮਾਰਗ ਤੇ ਚੱਲਣ ਵਾਲੇ, ਗੁਰੂ ਨੂੰ ਸਮਰਪਿਤ, ਵਾਹਿਗੁਰੂ ਨੂੰ ਸਮਰਪਿਤ ਉਹ ਪਿਆਰੇ, ਜਿਨ੍ਹਾਂ ਨੂੰ ਬਾਣੀ ਦੇ ਅੰਦਰ ਵੀ ਇਹ ਗੱਲ ਆਖੀ ਸਤਿਗੁਰੂ ਮਹਾਰਾਜ ਨੇ, ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ। ਸੱਚੇ ਮਾਰਗ ਤੇ ਚੱਲਣ ਵਾਲਿਆਂ ਨੂੰ ਸਲਾਹਿਆ ਜਾਂਦਾ ਹੈ, ਉਹਨਾਂ ਦੀ ਉਸਤਤ ਵਡਿਆਈ ਕੀਤੀ ਜਾਂਦੀ ਹੈ। ਹੁਣ ਇੱਥੇ ਇਹ ਨਾ ਇਹਦਾ ਅੰਦਾਜ਼ਾ ਲਾ ਲਿਓ ਜਾਂ ਭਾਵ ਲਾ ਲਿਓ ਵੀ ਉਹ ਵਡਿਆਈ ਦੇ ਭੁੱਖੇ ਹੁੰਦੇ ਨੇ ਜਾਂ ਉਸਤਤ ਦੇ ਭੁੱਖੇ ਹੁੰਦੇ ਨੇ। ਇੰਨੀ ਮਾਨ, ਇੰਨੀ ਸ਼ੋਹਰਤ, ਸਭ ਕੁਝ ਦੇਣ ਵਾਲਾ ਕੌਣ ਆ? ਵਾਹਿਗੁਰੂ ਪਰਮਾਤਮਾ ਆਪ ਹੀ ਹੈ। ਹੁਣ ਜੇ ਕੋਈ ਰੱਬ ਦੇ ਰਾਹ ਤੇ ਚੱਲ ਰਿਹਾ, ਹੋਰਨਾਂ ਨੂੰ ਚਲਾ ਰਿਹਾ, ਰੱਬ ਦੇ ਰਾਹ ਤੇ ਚੱਲਣ ਵਾਲਾ ਉਹ ਮਨੁੱਖ, ਉਹ ਪਿਆਰਾ, ਹੋਰਨਾਂ ਨੂੰ ਚਲਾਉਣ ਵਾਲਾ, ਜੇ ਕੋਈ ਉਹਦੀ ਨਿੰਦਿਆ ਕਰਦਾ ਨਾ, ਜੇ ਕੋਈ ਉਹਨੂੰ ਮਾੜਾ ਬੋਲਦਾ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ। ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਕਿਸੇ ਕੰਮ ਵਿੱਚ ਨੇਪਰੇ ਨਹੀਂ ਚੜ੍ਹਦਾ, ਅੱਧ ਵਿੱਚ ਰਹਿ ਜਾਂਦਾ। ਅੱਧ ਵਿਚਕਾਰ ਰਹਿ ਜਾਣਾ, ਅਧੂਰਾ ਰਹਿ ਜਾਣਾ, ਕੰਮ ਨਾ ਬਣਨਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਜੇ ਤੂੰ ਸੰਤ ਜਨਾਂ ਦੀ, ਰੱਬ ਦੇ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਭਾਈ ਨਿੰਦਿਆ ਕਰੇਗਾ ਨਾ, ਅੱਧ ਵਿਚਕਾਰੋਂ ਤੂੰ ਟੁੱਟ ਜਾਵੇਂਗਾ। ਅੱਧ ਬੀਜ ਤੇ ਟੁੱਟੇ, ਤੇਰਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਦਾ, ਕੰਮ ਅਧੂਰਾ ਰਹਿ ਜਾਵੇਗਾ। ਕਿਉਂਕਿ ਨਿੰਦਿਆ ਕਰਕੇ, ਮਾੜੇ ਸ਼ਬਦ ਬੋਲ ਕੇ, ਅਪਸ਼ਬਦ ਬੋਲ ਕੇ ਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਸੰਤ ਕੇ ਦੋਖੀ ਕਾ ਉਦਿਆਨ ਭਰਮਾਈਐ, ਸੰਤ ਕਾ ਦੋਖੀ ਉਜੜ ਪਾਈਐ। ਉਦਿਆਨ ਦਾ ਅਰਥ ਹੁੰਦਾ ਜੀ ਜੰਗਲ। ਸੰਤ ਦੀ ਨਿੰਦਿਆ ਕਰਨ ਵਾਲਾ, ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ, ਮਹਾਰਾਜ ਕਹਿੰਦੇ ਜੰਗਲ ਵਿੱਚ ਭਟਕਦਾ ਰਹਿੰਦਾ ਹੈ।
ਸੰਤ ਕਾ ਦੋਖੀ ਉਜੜ ਪਾਈ ਹੈ, ਅਤੇ ਉਹ ਉਜੜ ਜਾਂਦਾ। ਮਹਾਰਾਜ ਕਹਿ ਰਹੇ ਨੇ ਉਜੜ ਪਾਈ ਹੈ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਰਾਹੋਂ ਖੁੰਝ ਕੇ, ਅਸਲ ਮਾਰਗ ਤੋਂ ਖੁੰਝ ਕੇ ਆਪਣੀ ਜ਼ਿੰਦਗੀ ਨੂੰ ਬਰਬਾਦੀ ਦੇ ਰਾਹ 'ਤੇ ਲੈ ਜਾਂਦਾ ਹੈ। ਕੱਲ੍ਹ ਵੀ ਮੈਂ ਵਿਚਾਰ ਇਹ ਦਿੱਤੀ ਸੀ ਜੀ, ਧਿਆਨ ਨਾਲ ਥੋੜ੍ਹਾ ਸਮਝਿਓ। ਆਪਾਂ ਇੱਥੇ ਸੰਤ ਦੀ ਗੱਲ ਕਰ ਰਹੇ ਹਾਂ। ਆਪਣੇ ਆਲੇ ਦੁਆਲੇ ਤੁਸੀਂ ਝਾਤ ਮਾਰੋਗੇ ਨਾ, ਸਾਡੇ ਆਲੇ ਦੁਆਲੇ ਸਾਨੂੰ ਬਹੁਤ ਸੰਤ, ਬ੍ਰਹਮ ਗਿਆਨੀ, 108, 1008 ਬਹੁਤ ਇਸ ਤਰ੍ਹਾਂ ਦੇ ਬਾਬੇ ਮਿਲ ਜਾਣਗੇ। ਅਸਲ ਗੁਰਬਾਣੀ ਨੇ ਸੰਤ ਕਿਹਨੂੰ ਕਿਹਾ, ਗੁਰਬਾਣੀ ਨੇ ਸਾਧ ਕਿਹਨੂੰ ਕਿਹਾ, ਗੁਰਬਾਣੀ ਨੇ ਬ੍ਰਹਮ ਗਿਆਨੀ ਕਿਹਨੂੰ ਕਿਹਾ, ਇਸ ਗੱਲ ਤੇ ਥੋੜ੍ਹਾ ਫੋਕਸ ਹੋਵੋ, ਧਿਆਨ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਜਿਹਨੇ ਬ੍ਰਹਮ ਨੂੰ ਪਛਾਣ ਲਿਆ, ਪ੍ਰਮਾਤਮਾ ਨੂੰ ਪਛਾਣ ਲਿਆ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਹਨੇ ਪਛਾਣ ਕਰ ਲਈ, ਬ੍ਰਹਮ ਨੂੰ ਪਛਾਣਨ ਵਾਲਾ ਹੀ ਬ੍ਰਹਮ ਗਿਆਨੀ ਹੈ। ਜਿਹਨੇ ਮਨ ਨੂੰ ਸਾਧ ਲਿਆ, ਮਨ ਨੂੰ ਸਾਧਨ ਵਾਲਾ ਹੀ ਅਸਲ ਸਾਧ ਹੈ। ਜਿਹਨੇ ਪਾਤਸ਼ਾਹ ਜੀ ਕਹਿ ਰਹੇ ਨੇ ਆਪਣੇ ਮਨ ਨੂੰ ਵਿਕਾਰਾਂ ਤੋਂ ਉੱਪਰ ਉਠਾ ਲਿਆ, ਮੋਹ ਮਾਇਆ ਤੋਂ ਉੱਪਰ ਉਠਾ ਲਿਆ, ਉਹ ਅਸਲ ਦੇ ਵਿੱਚ ਸੰਤ ਹੈ। ਜਿਹਦੀ ਬਿਰਤੀ ਸੁਰਤ ਸੰਤ ਬਣ ਗਈ। ਇੱਥੇ ਆਪਾਂ ਜਿਹੜੀ ਵਿਚਾਰ ਸਮਝ ਰਹੇ ਹਾਂ ਇੱਕ ਲੜੀ ਦੇ ਤਹਿਤ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਮਹਾਰਾਜ ਕਹਿ ਰਹੇ ਨੇ ਸੰਤ ਕਾ ਦੋਖੀ ਅੰਤਰ ਤੇ ਥੋਥਾ। ਥੋਥਾ ਕੀ ਹੁੰਦਾ ਜੀ? ਜਿਹਦੇ ਅੰਦਰ ਕੁਝ ਨਹੀਂ ਹੁੰਦਾ। ਜਿਵੇਂ ਮਹਾਰਾਜ ਨੇ ਬਾਂਸ ਦੀ ਉਦਾਹਰਨ ਦਿੱਤੀ, ਬਾਂਸ ਕੇਵਲ ਲੰਮਾ ਤਾਂ ਹੁੰਦਾ ਹੈ ਪਰ ਅੰਦਰੋਂ ਖੋਖਲਾ ਹੁੰਦਾ ਹੈ, ਅੰਦਰੋਂ ਥੋਥਾ ਹੁੰਦਾ ਹੈ। ਕਬੀਰ ਸਾਹਿਬ ਨੇ ਬਹੁਤ ਉਦਾਹਰਨਾਂ ਵਰਤੀਆਂ। ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਜੀ, ਜਿਵੇਂ ਪ੍ਰਾਣਾ ਤੋਂ ਬਿਨਾਂ ਮੁਰਦਾ ਕਿਸੇ ਕੰਮ ਦਾ ਨਹੀਂ, ਲੋਥ ਹੈ। ਆਪਾਂ ਕਹਿੰਦੇ ਤਾਂ ਲੋਥ ਹੋ ਗਈ। ਮਹਾਰਾਜ ਕਹਿੰਦੇ ਤਿਵੇਂ ਹੀ ਸੰਤ ਦੀ ਨਿੰਦਿਆ ਕਰਨ ਵਾਲਾ ਅੰਦਰੋਂ ਅਸਲੀ ਖਾਲੀ ਰਹਿ ਜਾਂਦਾ, ਥੋਥਾ ਰਹਿ ਜਾਂਦਾ ਹੈ। ਸਤਿਗੁਰੂ ਮਹਾਰਾਜ ਇੱਥੇ ਇਹ ਕਹਿ ਰਹੇ ਨੇ, ਨਿੰਦਿਆ ਦੀ ਕਮਾਈ ਕਰਕੇ ਆਪ ਹੀ ਉਸ ਦਾ ਉਹਨੂੰ ਫਲ ਮਿਲ ਜਾਂਦਾ ਹੈ। ਜੋ ਉਹਨੇ ਕਮਾਇਆ, ਜੋ ਉਹਨੇ ਕੀਤਾ, ਉਹਨੂੰ ਮਿਲ ਗਿਆ। ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਸੰਤ ਕਾ ਦੋਖੀ ਅੰਤਰ ਤੇ ਥੋਥਾ। ਸੰਤ ਦੀ ਨਿੰਦਿਆ ਕਰਨ ਵਾਲਾ, ਰੱਬ ਦੇ ਪਿਆਰੇ ਦੀ, ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਅੰਦਰੋਂ ਬਿਲਕੁਲ ਥੋਥਾ ਹੁੰਦਾ ਹੈ। ਜਿਵੇਂ ਮੁਰਦਾ ਸਰੀਰ ਪਿਆ ਹੁੰਦਾ ਨਾ, ਮੁਰਦਾ ਸਰੀਰ ਤਾਂ ਪਿਆ ਪਰ ਉਹਦੇ ਅੰਦਰ ਪ੍ਰਾਣ ਨਹੀਂ, ਉਹਦੇ ਅੰਦਰ ਸਾਹ ਨਹੀਂ, ਕੇਵਲ ਸਰੀਰ ਪਿਆ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੰਤ ਕਾ ਦੋਖੀ ਅੰਤਰ ਦੇ ਥੋਥਾ, ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ। ਜਿਵੇਂ ਸਾਹ ਤੋਂ ਬਿਨਾ, ਪ੍ਰਾਣਾ ਤੋਂ ਬਿਨਾ ਇੱਕ ਸਰੀਰ ਪਿਆ, ਮਿਰਤਕ ਮਰਿਆ ਹੋਇਆ। ਅੱਗੇ ਮਹਾਰਾਜ ਕਹਿ ਰਹੇ ਨੇ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਨ ਬੀਜ ਆਪੇ ਹੀ ਖਾਹੇ। ਮਹਾਰਾਜ ਕਹਿੰਦੇ ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ, ਨੇਕ ਕਮਾਈ ਤੇ ਸਿਮਰਨ ਵਾਲੀ ਕੋਈ ਪੱਕੀ ਨੀਂਹ ਨਹੀਂ ਹੁੰਦੀ ਉਹਦੀ, ਨਾ ਤਾਂ ਉਹਨੇ ਆਪਣੀ ਕੋਈ ਨੀਂਹ ਬਣਾਈ ਹੈ, ਪੱਕੀ ਟੇਕ ਬਣਾਈ ਹੈ। ਆਪ ਹੀ ਨਿੰਦਿਆ ਦੀ ਕਮਾਈ ਕਰਕੇ ਆਪ ਹੀ ਉਸ ਦਾ ਮੰਦਾ ਫਲ ਖਾਂਦਾ ਹੈ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਸੰਤ ਕੇ ਦੋਖੀ ਕੀ ਜੜ ਕਿਛ ਨਾਹੇ। ਉਹਦੀ ਕੋਈ ਜੜ ਨਹੀਂ ਹੁੰਦੀ। ਨੇਕ ਕਮਾਈ ਵਾਲੀ, ਚੰਗੇ ਕੰਮਾਂ ਵਾਲੀ, ਭਲੇ ਵਿਰਤੀ ਵਾਲੀ ਕੋਈ ਜੜ ਨਹੀਂ ਉਹਨੇ ਬਣਾਈ। ਸਤਿਗੁਰੂ ਮਹਾਰਾਜ ਬਾਣੀ ਅੰਦਰ ਇੱਕ ਬੜਾ ਪਿਆਰਾ ਬਚਨ ਕਰਦੇ ਨੇ ਜੀ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਸ ਵਿਅਕਤੀ ਨੇ ਜਿਹੜਾ ਨਿੰਦਕ ਬਣ ਜਾਂਦਾ ਨਾ, ਉਹਨੇ ਮੂਲ ਦੀ ਪਛਾਣ ਨਹੀਂ ਕੀਤੀ। ਸਤਿਗੁਰੂ ਮਹਾਰਾਜ ਸਾਨੂੰ ਕਹਿ ਰਹੇ ਨੇ ਆਪਣੇ ਮੂਲ ਦੀ ਪਛਾਣ ਕਰ, ਆਪਣੇ ਵਜੂਦ ਦੀ ਪਛਾਣ ਕਰ। ਤੇਰਾ ਅਸਲ ਵਜੂਦ ਕੀ ਹੈ, ਤੇਰਾ ਮੂਲ ਕੀ ਹੈ। ਇੱਥੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਉਹਦੀ ਜੜ ਨਹੀਂ ਹੁੰਦੀ। ਜੜ ਕਿਛ ਨਾਹੇ, ਆਪਨ ਬੀਜ ਆਪੇ ਹੀ ਖਾਹੇ। ਜੋ ਉਹਨੇ ਜ਼ਿੰਦਗੀ ਵਿੱਚ ਖੱਟਿਆ,
ਜ਼ਿੰਦਗੀ ਅੰਦਰ ਕਮਾਇਆ, ਆਪ ਹੀ ਉਹ ਖਾ ਰਿਹਾ ਹੈ। ਸਾਰੀ ਆਪਣੇ ਕਰਮਾਂ ਦੀ ਖੇਡ ਆਪਾਂ ਕਹਿੰਦੇ ਆ ਜੀ। ਜਪਜੀ ਸਾਹਿਬ ਦੀ ਬਾਣੀ ਅੰਦਰ ਆਪਾਂ ਰੋਜ਼ਾਨਾ ਪੜ੍ਹਦੇ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜੇ ਤੂੰ ਨਿੰਦਿਆ ਵਾਲਾ ਬੀਜ ਬੀਜ ਲਿਆ ਨਾ, ਨਿੰਦਿਆ ਵਾਲੇ ਬੀਜ ਦਾ ਨਤੀਜਾ ਰਿਜ਼ਲਟ ਵੀ ਤੈਨੂੰ ਦੇਖਣਾ ਪਵੇਗਾ। ਬੜਾ ਉਤਸ਼ਾਹ ਨਾਲ, ਬੜਾ ਹੱਸ ਕੇ ਨਿੰਦਿਆ ਕਰਦਾ ਨਾ ਭਲੇ ਪੁਰਸ਼ਾਂ ਦੀ, ਮਹਾਰਾਜ ਕਹਿੰਦੇ ਇਹਦਾ ਨਤੀਜਾ, ਇਹਦਾ ਰਿਜ਼ਲਟ ਇੱਕ ਦਿਨ ਆਊਗਾ ਜ਼ਰੂਰ। ਇਹਦਾ ਜਿਹੜਾ ਤੂੰ ਬੀਜ, ਜਿਵੇਂ ਖੇਤ ਦੀ ਗੱਲ ਕਰ ਲਓ, ਖੇਤ ਅੰਦਰ ਜੋ ਵੀ ਆਪਾਂ ਬੀਜ ਪਾ ਦਿੰਦੇ ਆ ਉਹ ਬੀਜ ਪੁੰਗਰ ਪੈਂਦਾ, ਉੱਗ ਪੈਂਦਾ। ਸਰੀਰ ਵੀ ਖੇਤੀ ਵਰਗਾ ਹੈ। ਸਰੀਰ ਅੰਦਰ ਮੰਦੇ ਕਰਮਾਂ ਦਾ, ਚੰਗੇ ਕਰਮਾਂ ਦਾ ਕੋਈ ਮਰਜ਼ੀ ਬੀਜ ਪਾ ਦੇਵੋ, ਰਿਜ਼ਲਟ ਸਾਡੇ ਸਾਹਮਣੇ ਆ ਜਾਊਗਾ। ਇੱਥੇ ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਆਪਨ ਬੀਜ ਆਪੇ ਖਾਏ ਭਾਈ, ਫਿਰ ਕਿਸੇ ਨੂੰ ਦੋਸ਼ ਨਾ ਦੇਈ। ਦੱਦਾ ਦੋਸ਼ ਨਾ ਦਿਓ, ਕਿਸੇ ਦੋਸ਼ ਕਰਮਾਂ ਆਪਣੇ ਆ। ਕਿਸੇ ਨੂੰ ਕਈ ਵਾਰ ਅਸੀਂ ਜਦੋਂ ਸਾਡੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਨਾ, ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਹਾਂ ਵੀ ਰੱਬ ਮੇਰੇ ਨਾਲ ਮਾੜਾ ਕਰ ਦਿੱਤਾ, ਮੇਰੇ ਨਾਲ ਮਾੜਾ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਕਿਸੇ ਨੂੰ ਹੋਰ ਨਾ ਦੋਸ਼ ਦੇਈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਬਰ ਜਨਾ। ਜੋ ਕੀਤਾ, ਜੋ ਕਮਾਇਆ, ਜੋ ਸੁਣਿਆ, ਜੋ ਹੰਢਾਇਆ ਤੇਰੇ ਸਾਹਮਣੇ ਆ। ਜੋ ਸਰੀਰ ਖੇਤ ਅੰਦਰ ਬੀਜ ਲਿਆ ਉੱਗ ਪਿਆ। ਆਪੇ ਆਪਨ ਬੀਜ ਆਪੇ ਹੀ ਖਾਹੇ, ਸੰਤ ਕੇ ਦੋਖੀ ਕਉ ਅਵਰ ਨਾ ਰੱਖਣ ਹਾਰ। ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸਤਿਗੁਰ ਮਹਾਰਾਜ ਅਖੀਰ ਦੇ ਵਿੱਚ ਕਹਿ ਰਹੇ ਨੇ, ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ ਬਚਾ ਨਹੀਂ ਸਕਦਾ ਇਸ ਨਿੰਦਿਆ ਦੀ ਆਦਤ ਤੋਂ। ਜਿਹੜਾ ਭਲੇ ਪੁਰਸ਼ਾਂ ਦੀ, ਚੰਗੇ ਪੁਰਸ਼ਾਂ ਦੀ ਨਿੰਦਿਆ ਕਰਦਾ ਨਾ, ਉਹਨੂੰ ਕੋਈ ਬਚਾ ਨਹੀਂ ਸਕਦਾ ਇਸ ਭੈੜੀ ਆਦਤ ਤੋਂ, ਜਿਹੜੀ ਆਦਤ ਬਣ ਗਈ ਹੈ। ਪਰ ਹੇ ਨਾਨਕ, ਜੇ ਸੰਤ ਚਾਹੇ, ਭਲੇ ਪੁਰਸ਼ ਚਾਹਣ, ਜੇ ਕੋਈ ਭਲਾ ਪੁਰਸ਼ ਚਾਹਵੇ, ਨਿੰਦਕ ਨੂੰ ਨਿੰਦਿਆ ਦੇ ਸੁਭਾਅ ਤੋਂ ਬਚਾ ਸਕਦਾ ਹੈ। ਜੇ ਉਸ ਮਾਲਕ ਦੀ ਰਹਿਮਤ ਵਰਤ ਜਾਵੇ, ਜੇ ਉਹ ਸੰਤ ਭਲਾ ਪੁਰਸ਼ ਚਾਹਵੇ, ਤਾਂ ਨਿੰਦਕ ਨੂੰ ਵੀ ਇਸ ਨਿੰਦਿਆ ਦੇ ਘੁੱਪ ਹਨੇਰੇ ਵਿੱਚੋਂ ਕੱਢ ਲੈਂਦਾ ਹੈ। ਅੱਗੇ ਗੁਰੂ ਸਾਹਿਬ ਜੀ ਅਗਲੇ ਬੰਦ ਅੰਦਰ ਕਹਿ ਰਹੇ ਨੇ ਜੀ, 6 ਨੰਬਰ ਜਿਹੜਾ ਬੰਦਾ ਹੈ, ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਵਿਹੂਨ ਮਛਲੀ ਤੜਫੜਾਏ। ਸਤਿਗੁਰ ਮਹਾਰਾਜ ਕਹਿ ਰਹੇ ਨੇ, ਇੱਕ ਉਦਾਹਰਨ ਦਿੱਤੀ ਹੈ ਜੀ ਇੱਥੇ, ਮੱਛੀ ਦੀ ਉਦਾਹਰਨ ਦਿੱਤੀ। ਆਪਾਂ ਸਾਰੇ ਜਾਣਦੇ ਹਾਂ, ਸਮਝਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਨੇ ਮੱਛੀ ਦੀ ਉਦਾਹਰਨ ਬਾਣੀ ਵਿੱਚ ਵਰਤੀ ਹੈ। ਭਗਤ ਰਵਿਦਾਸ ਜੀ ਨੇ ਮੱਛੀ ਦੀ ਉਦਾਹਰਨ ਬਾਣੀ ਵਿੱਚ ਵਰਤੀ ਹੈ। ਬਹੁਤ ਵਾਰ ਜ਼ਿਕਰ ਆਵੇਗਾ ਜੀ ਇਸ ਮੱਛੀ ਦਾ। ਇੱਕ ਉਦਾਹਰਨ ਹੈ, ਉਦਾਹਰਨ ਵਰਤ ਕੇ ਸਮਝਾਇਆ ਪਤਾ ਕਿ ਉਹਨੂੰ ਬੰਦੇ ਨੂੰ। ਇੱਥੇ ਆਪਾਂ ਸਾਰੇ ਜਾਣਦੇ ਹਾਂ, ਮਹਾਰਾਜ ਕਹਿੰਦੇ, ਸਤਿਗੁਰ ਕਹਿ ਰਹੇ ਨੇ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਕਿਉਂਕਿ ਪਾਣੀ ਤੋਂ ਬਿਨਾਂ ਮੱਛੀ ਰਹਿ ਨਹੀਂ ਸਕਦੀ, ਮੱਛੀ ਦਾ ਜੀਵਨ ਹੀ ਪਾਣੀ ਹੈ। ਤੜਫ ਕੇ ਆਪਣੇ ਪ੍ਰਾਣ ਤਿਆਗ ਦਿੰਦੀ ਹੈ ਨਾ, ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਉਹ। ਇੱਥੇ ਸਤਿਗੁਰ ਮਹਾਰਾਜ ਕਹਿੰਦੇ, ਜਿਹੜਾ ਮਨੁੱਖ ਸੰਤ ਦੀ ਨਿੰਦਿਆ ਕਰਦਾ ਹੈ, ਜਿਹੜਾ ਮਨੁੱਖ ਕਿਸੇ ਭਲੇ ਪੁਰਸ਼ ਦੀ, ਚੰਗੇ ਪੁਰਸ਼ ਦੀ ਨਿੰਦਿਆ ਕਰਦਾ ਹੈ, ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਹੈ, ਮਹਾਰਾਜ ਕਹਿੰਦੇ ਉਹ ਵੀ ਮੱਛੀ ਤਰ੍ਹਾਂ ਤੜਫ ਕੇ ਪ੍ਰਾਣ ਤਿਆਗਦਾ ਹੈ। ਅੰਤ ਆਪਾਂ ਸਾਰੇ ਜਾਣਦੇ ਹਾਂ ਜੀ। ਜੇ ਕਿਸੇ ਦਾ ਬੁਰਾ ਕਰਾਂਗੇ, ਬੁਰਾ ਸੋਚਾਂਗੇ, ਮਾੜਾ ਕਿਸੇ ਨੂੰ ਆਖਾਂਗੇ, ਇਹਦਾ ਰਿਜ਼ਲਟ ਵੀ ਮਾੜਾ ਹੀ ਹੁੰਦਾ ਨਾ। ਰੱਬ ਦੇ ਘਰ ਵਿੱਚ ਨਿਆਂ ਹੈ, ਹਰ ਇੱਕ ਨੂੰ ਨਿਆਂ ਮਿਲਦਾ ਹੈ। ਜੇ ਕਿਸੇ ਦਾ ਮੰਦਾ ਸੋਚਾਂਗੇ, ਮਾੜਾ ਕਰਾਂਗੇ, ਇਹ ਸਭ ਕੁਝ ਤੇਰੇ ਨਾਲ ਵੀ ਵਾਪਰਨਾ ਹੀ ਹੈ ਨਾ। ਜਦੋਂ ਅਸੀਂ ਇਸ ਸੱਚ ਦੇ ਮਾਰਗ ਦੀ ਗੱਲ ਕਰਦੇ ਹਾਂ ਨਾ, ਗੁਰੂ ਨਾਨਕ ਮਹਾਰਾਜ ਨੂੰ ਬਹੁਤ ਐਸੇ ਪੁਰਸ਼ ਮਿਲਦੇ ਨੇ, ਐਸੇ ਲੋਕ ਮਿਲਦੇ ਨੇ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਸੁਲਾਇਆ ਵੀ ਬਹੁਤ। ਜਿਨ੍ਹਾਂ ਲੋਕਾਂ ਨੇ, ਐਸੇ ਲੋਕ ਵੀ ਨੇ ਜਿਨ੍ਹਾਂ ਲੋਕਾਂ ਨੇ ਬੱਟੇ ਤੱਕ ਵੀ ਮਾਰੇ, ਭੂਤਨਾ ਬੇਤਾਲਾ ਵੀ ਕਿਹਾ।
ਅੰਤ ਉਹਨਾਂ ਦਾ ਜੀਵਨ ਕੈਸਾ ਗੁਜ਼ਰਿਆ ਆਪਾਂ ਸਾਰੇ ਜਾਣਦੇ ਹਾਂ। ਇੱਥੇ ਸਤਿਗੁਰ ਮਹਾਰਾਜ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਸੰਤ ਦਾ ਨਿੰਦਕ ਇਉਂ ਬਿਲਕਦਾ ਹੈ, ਤੜਫਦਾ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਸੰਤ ਦਾ ਨਿੰਦਕ ਤ੍ਰਿਸ਼ਨਾ ਦਾ ਮਾਰਿਆ ਹੋਇਆ ਕਦੇ ਰੱਜਦਾ ਨਹੀਂ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਸਤਿਗੁਰੂ ਜੀ ਸਮਝਾ ਰਹੇ ਨੇ, ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜਿਉ ਪਾਵਕ ਇਤਨ ਨਹੀਂ ਧਰਾਪੈ। ਸਤਿਗੁਰੂ ਮਹਾਰਾਜ ਕਹਿੰਦੇ, ਇੱਕ ਉਦਾਹਰਨ ਦਿੱਤੀ ਹੈ ਜੀ ਇੱਥੇ ਅੱਗ ਦੀ ਤੇ ਬਾਲਣ ਦੀ। ਆਪਾਂ ਸਾਰੇ ਜਾਣਦੇ ਹਾਂ, ਅੱਗ ਦੇ ਵਿੱਚ ਬਾਲਣ ਤੁਸੀਂ ਸੁੱਟੀ ਜਾਓਗੇ ਨਾ, ਅੱਗ ਬਲੀ ਜਾਊਗੀ। ਅੱਗ ਕਦੇ ਬੰਦ ਹੋਣ ਦਾ ਨਾਂ ਲੈਂਦੀ ਹੈ, ਕਿਉਂਕਿ ਉਹਨੂੰ ਆਪਣੀ ਖੁਰਾਕ ਮਿਲ ਰਹੀ ਹੈ, ਬਾਲਣ ਮਿਲੀ ਜਾਂਦਾ, ਹੋਰ ਪੱਕੀ ਜਾਂਦੀ ਹੈ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ। ਸਤਿਗੁਰੂ ਮਹਾਰਾਜ ਕਹਿੰਦੇ, ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਭੁੱਖਾ ਹੁੰਦਾ, ਉਹ ਕਦੇ ਰੱਜਦਾ ਨਹੀਂ। ਭੁੱਖਾ ਮਹਾਰਾਜ ਕਿਹੜੇ ਪੱਖ ਤੋਂ? ਤ੍ਰਿਸ਼ਨਾਲੂ ਬਿਰਤੀ, ਤ੍ਰਿਸ਼ਨਾ ਦਾ ਮਾਰਿਆ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਨੇ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਕਿਉਂਕਿ ਭਾਵੇਂ ਸਾਰੇ ਸੰਸਾਰ ਦੇ ਪਦਾਰਥ ਇਹਦੇ ਅੱਗੇ ਰੱਖ ਦਿਓ, ਇਹ ਰੱਜਦਾ ਨਹੀਂ। ਮਨ ਜਦੋਂ ਭੁੱਖਾ ਹੈ, ਮਨ ਜਦੋਂ ਬੇਈਮਾਨ ਹੈ, ਕਿਵੇਂ ਰੱਜੇਗਾ? ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜਿਉ ਪਾਵਕ ਈਤਨ ਨਹੀਂ ਧਰਾਪੈ। ਜਿਵੇਂ ਅੱਗ ਦੇ ਅੰਦਰ ਬਾਲਣ ਸੁੱਟੀ ਜਾਵਾਂਗੇ, ਅੱਗ ਹੋਰ ਬਲੀ ਜਾਵੇਗੀ, ਹੋਰ ਬਲੀ ਜਾਵੇਗੀ। ਇਸੇ ਤਰ੍ਹਾਂ ਤ੍ਰਿਸ਼ਨਾ ਦਾ ਮਾਰਿਆ ਕਦੇ ਰੱਜਦਾ ਨਹੀਂ। ਮਹਾਰਾਜ ਅੱਗੇ ਸਮਝਾ ਰਹੇ ਨੇ ਜੀ, ਸੰਤ ਕਾ ਦੋਖੀ ਛੁੱਟੈ ਅਕੇਲਾ, ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਜੀ, ਸਤਿਗੁਰੂ ਮਹਾਰਾਜ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ, ਸੰਤ ਕਾ ਦੋਖੀ ਛੁੱਟੈ ਅਕੇਲਾ। ਜਿਵੇਂ ਅੰਦਰੋਂ ਸੜਿਆ ਹੋਇਆ ਤਿਲ ਦਾ ਬੂਟਾ ਪੈਲੀ ਵਿੱਚ ਹੀ ਨਿਮਾਣਾ ਪਿਆ ਰਹਿੰਦਾ ਹੈ, ਤਿਵੇਂ ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਵੀ ਛੁੱਟੜ ਰਹਿ ਜਾਂਦਾ ਹੈ, ਕੋਈ ਉਸ ਦੇ ਨੇੜੇ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਨ ਵਰਤੀ ਹੈ ਜੀ ਇੱਥੇ। ਪਾਤਸ਼ਾਹ ਜੀ ਕਹਿ ਰਹੇ ਨੇ, ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਇਕੱਲਾ ਹੀ ਰਹਿੰਦਾ ਹੈ, ਉਹਦੇ ਕੋਲ ਨਹੀਂ ਕੋਈ ਢੁਕਦਾ। ਜਿਉਂ ਬਾੜ ਤਿਲ ਖੇਤ ਮਾਹੇ ਦੁਹੇਲਾ। ਜਿਵੇਂ ਸਤਿਗੁਰੂ ਮਹਾਰਾਜ ਨੇ ਇੱਕ ਉਦਾਹਰਨ ਵਰਤੀ ਹੈ ਜੀ ਇੱਥੇ। ਜਿਵੇਂ ਪਾਤਸ਼ਾਹ ਜੀ ਕਹਿ ਰਹੇ ਨੇ, ਸੰਤ ਦੀ ਨਿੰਦਿਆ ਕਰਨ ਵਾਲਾ ਇਕੱਲਾ ਰਹਿੰਦਾ ਨਾ, ਜਿਵੇਂ ਮਾਨੋ ਖੇਤ ਦੇ ਅੰਦਰ ਕੋਈ ਫਸਲ ਦਾ ਛਿੱਟਾ ਕਈ ਵਾਰ ਇਕੱਲਾ ਹੀ ਰਹਿ ਜਾਂਦਾ ਹੈ, ਉਹ ਦਾਣਿਆਂ ਦੇ ਵਿੱਚ ਮਿਲ ਨਹੀਂ ਪਾਉਂਦਾ। ਇੱਥੇ ਮਹਾਰਾਜ ਉਦਾਹਰਨ ਵਰਤ ਰਹੇ ਨੇ ਇੱਕ ਜੀ। ਅੱਗੇ ਮਹਾਰਾਜ ਕਹਿ ਰਹੇ ਨੇ, ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਸੰਤ ਦਾ ਨਿੰਦਕ ਧਰਮ ਤੋਂ ਹੀਣਾ ਹੁੰਦਾ, ਉਹਨੂੰ ਅਸਲ ਧਰਮ ਦੀ, ਅਸਲ ਫਰਜ਼ਾਂ ਦੀ ਕੋਈ ਪਛਾਣ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ, ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕਹਿਤ। ਮਹਾਰਾਜ ਕਹਿੰਦੇ, ਸਦਾ ਹੀ ਉਹ ਮਿਥਿਆ ਝੂਠੀਆਂ ਗੱਲਾਂ ਕਰਦਾ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ, ਨਿੰਦਿਆ ਦਾ ਇਹ ਫਲ ਉਹਨੂੰ ਮਿਲਦਾ ਹੈ। ਇੱਥੇ ਕਿਰਤ ਦਾ ਅਰਥ ਧਿਆਨ ਨਾਲ ਸਮਝਿਓ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੋ ਨੇ ਜ਼ਿੰਦਗੀ ਵਿੱਚ ਕਮਾਇਆ, ਕੰਮ ਕੀਤਾ। ਗੁਰਬਾਣੀ ਦੇ ਅੰਦਰ ਕਿਰਤ ਸ਼ਬਦ ਬਹੁਤ ਵਾਰ ਆਉਂਦਾ ਜੀ, ਵੱਖ-ਵੱਖ ਰੂਪਾਂ ਦੇ ਅੰਦਰ। ਜਿੱਥੇ ਆਪਾਂ ਪੜ੍ਹਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਉੱਥੇ ਸੁਭਾਅ ਦੀ ਗੱਲ ਆ ਰਹੀ ਹੈ, ਸੁਭਾਅ ਕਰਕੇ। ਇੱਥੇ ਵੀ ਮਹਾਰਾਜ ਸੁਭਾਅ ਦੀ ਗੱਲ ਕਰਦੇ ਨੇ, ਜੋ ਸੁਭਾਅ ਬਣਾ ਲਿਆ। ਕਿਰਤ ਨਿੰਦਕ ਕਾ ਧੁਰ ਹੀ ਪਿਆ। ਮਹਾਰਾਜ ਕਹਿੰਦੇ, ਜੋ ਇਸ ਨੇ ਧੁਰ ਤੋਂ, ਮੁੱਢ ਤੋਂ ਸੁਭਾਅ ਬਣਾ ਲਿਆ। ਪਾਤਸ਼ਾਹ ਜੀ ਕਹਿ ਰਹੇ ਨੇ, ਨਾਨਕ ਜੋ ਤਿਸ ਭਾਵੈ ਸੋਈ ਥਿਆ।
हे नानक ਇਹ ਮਾਲਕ ਦੀ ਰਜ਼ਾ ਹੈ ਕਿ ਜੋ ਉਸ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੈ। ਇੱਕ ਮਾਲਕ ਦਾ ਭਾਣਾ ਕਹਿ ਲਓ, ਮਾਲਕ ਦੀ ਰਜ਼ਾ ਕਹਿ ਲਓ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੀ 7 ਨੰਬਰ ਬੰਦ ਅੰਦਰ, ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰਗਾ ਮਿਲੇ ਸਜਾਏ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਸੰਤ ਦੀ ਨਿੰਦਿਆ ਕਰਨ ਵਾਲਾ ਭ੍ਰਿਸ਼ਟਿਆ ਜਾਂਦਾ ਹੈ ਅਤੇ ਪ੍ਰਭੂ ਦੀ ਦਰਗਾਹ ਵਿੱਚ ਉਸ ਨੂੰ ਸਜ਼ਾ ਮਿਲਦੀ ਹੈ। ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ, ਜੋ ਭਲੇ ਪੁਰਸ਼ਾਂ ਨੂੰ ਮੰਦਾ ਬੋਲਦਾ, ਮਾੜਾ ਬੋਲਦਾ ਹੈ, ਉਹਦਾ ਰੂਪ ਵਿਗੜ ਜਾਂਦਾ ਹੈ। ਉਹਨੂੰ ਪ੍ਰਮਾਤਮਾ ਦੀ ਹਜ਼ੂਰੀ ਅੰਦਰ, ਰੱਬ ਦੀ ਦਰਗਾਹ ਅੰਦਰ, ਕਿੱਥੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਉੱਥੇ ਝੂਠਾ ਨਹੀਂ ਟਿਕਦਾ। ਉੱਥੇ ਹਰ ਵੇਲੇ ਪਾਤਸ਼ਾਹ ਜੀ ਕਹਿ ਰਹੇ ਨੇ ਸੰਤ ਕੇ ਦੋਖੀ ਕੋ ਦਰਗਾਹ ਮਿਲੇ ਸਜਾਏ। ਅੱਗੇ ਮਹਾਰਾਜ ਕਹਿ ਰਹੇ ਨੇ ਸੰਤ ਕਾ ਦੋਖੀ ਸਦਾ ਸਹਿਕਾਈ ਹੈ, ਸੰਤ ਕਾ ਦੋਖੀ ਨਾ ਮਰੈ ਨਾ ਜਿਵਾਈ ਹੈ। ਸੰਤ ਦੀ ਨਿੰਦਿਆ ਕਰਨ ਵਾਲਾ, ਭਲੇ ਪੁਰਸ਼ਾਂ ਦੀ ਨਿੰਦਿਆ ਕਰਨ ਵਾਲਾ ਹਰ ਵੇਲੇ ਸਹਿਕਦਾ ਰਹਿੰਦਾ ਹੈ, ਨਾ ਉਹ ਮਰਿਆਂ 'ਚ ਨਾ ਜਿਉਂਦਿਆਂ 'ਚ। ਸੰਤ ਕੇ ਦੋਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੇ ਨਿਰਾਸਾ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੋ ਉਸ ਭਲੇ ਪੁਰਸ਼ ਦੀ ਨਿੰਦਿਆ ਕਰਦਾ, ਮਹਾਰਾਜ ਕਹਿ ਰਹੇ ਨੇ, ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਉਹਦੀ ਕੋਈ ਵੀ ਆਸ ਪੂਰੀ ਨਹੀਂ ਹੁੰਦੀ। ਜਿਸ ਤਰ੍ਹਾਂ ਆਇਆ ਸੀ ਉਸ ਤਰ੍ਹਾਂ ਚਲਾ ਗਿਆ, ਨਿਰਾਸ਼ ਹੋ ਕੇ ਇੱਥੋਂ ਚਲਾ ਜਾਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਜੀ ਸੰਤ ਕੈ ਦੋਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਹੋਏ। ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਆਪਾਂ ਨੂੰ ਸਮਝਾ ਰਹੇ ਨੇ ਇਸ ਪੰਕਤੀ ਦੇ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ ਜੋ ਉਸ ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਨਾ, ਪਾਤਸ਼ਾਹ ਜੀ ਕਹਿ ਰਹੇ ਨੇ ਉਹ ਨਿੰਦਿਆ ਕਰਕੇ ਕਦੇ ਰੱਜਦਾ ਨਹੀਂ, ਉਹਦਾ ਸੁਭਾਅ ਇਸ ਤਰ੍ਹਾਂ ਦਾ ਬਣ ਜਾਂਦਾ ਹੈ, ਜੈਸਾ ਭਾਵ ਹੈ ਤੈਸਾ ਕੋਈ ਹੋਏ। ਮਹਾਰਾਜ ਕਹਿੰਦੇ ਜੋ ਜਿਹਾ ਉਹਨੇ ਅੰਦਰ ਬੀ ਪਾ ਲਿਆ, ਸੁਭਾਅ ਬਣਾ ਲਿਆ, ਉਸ ਤਰ੍ਹਾਂ ਦੀ ਉਹ ਬਣ ਗਿਆ। ਪਿਆ ਕਿਰਤਨਾ, ਇਹ ਸਭ ਆਪਣੇ ਕਰਮਾਂ ਦਾ ਫਲ ਆ ਨਾ। ਪਿਆ ਕਿਰਤਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਪਾਤਸ਼ਾਹ ਜੀ ਕਹਿ ਰਹੇ ਨੇ ਹੇ ਨਾਨਕ ਇਹ ਭੇਦ ਉਹ ਸੱਚਾ ਪ੍ਰਮਾਤਮਾ, ਉਹ ਮਾਲਕ ਆਪ ਹੀ ਜਾਣਦਾ ਹੈ। ਸਭ ਘਟ ਤਿਸ ਕੈ ਉਹ ਕਰਨੈ ਹਾਰ। ਅਖੀਰ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ ਜੀ ਜਿੰਨੇ ਘਟ ਜਿੰਨੇ ਹਿਰਦੇ ਨੇ ਉਸ ਮਾਲਕ ਦੇ ਨੇ, ਉਹ ਸਭ ਕੁਝ ਕਰਨ ਵਾਲਾ ਹੈ। ਸਭ ਘਟ ਤਿਸ ਕੈ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਜਿੰਨੇ ਵੀ ਸਰੀਰ ਨੇ, ਜਿੰਨੇ ਵੀ ਹਿਰਦੇ ਨੇ, ਉਸ ਮਾਲਕ ਦੇ ਨੇ। ਉਹ ਮਾਲਕ ਹੀ ਬਣਾਉਣ ਵਾਲਾ, ਮਾਲਕ ਹੀ ਸਭ ਕੁਝ ਕਰਨ ਵਾਲਾ ਹੈ। ਹੇ ਭਾਈ ਉਸ ਮਾਲਕ ਨੂੰ ਸਦਾ ਸਦਾ ਤਿਸ ਕੋ ਨਮਸਕਾਰ, ਉਹਨੂੰ ਨਮਸਕਾਰ ਕਰਿਆ ਕਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਰਾਸ। ਉਸ ਰੱਬ ਦੀ, ਮਾਲਕ ਦੀ ਉਸਤਤ ਕਰਿਆ ਕਰੋ, ਉਹਨੂੰ ਹਰ ਸਾਹ ਦੇ ਨਾਲ, ਹਰ ਗ੍ਰਾਹੀ ਦੇ ਨਾਲ ਮਹਾਰਾਜ ਕਹਿੰਦੇ ਧਿਆਇਆ ਕਰ। ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਸਭ ਕੁਝ ਜੋ ਵਰਤ ਰਿਹਾ ਉਸ ਮਾਲਕ ਦਾ ਕੀਤਾ ਹੋਇਆ ਵਰਤ ਰਿਹਾ, ਜਿਸ ਤਰ੍ਹਾਂ ਉਹਨੂੰ ਭਾਉਂਦਾ ਉਸ ਤਰ੍ਹਾਂ ਉਹ ਕਰ ਰਿਹਾ। ਆਪਨ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰ। ਇਹ ਰੱਬ ਦਾ ਖੇਲ ਹੈ, ਇਹ ਰੱਬ ਦੀ ਵਡਿਆਈ ਕਹਿ ਲਓ, ਰੱਬ ਦਾ ਇੱਕ ਨਿਯਮ ਕਹਿ ਲਓ। ਹੋਰ ਦੂਜਾ ਕੋਈ ਨਹੀਂ ਚਲਾਉਣ ਵਾਲਾ, ਇੱਕ ਪਰਮਾਤਮਾ ਸਭ ਕੁਝ ਕਰ ਰਿਹਾ। ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ, ਬੜਭਾਗੀ ਨਾਨਕ ਜਨ ਸੇ। ਮਹਾਰਾਜ ਕਹਿੰਦੇ ਜਿਹਦੇ ਉੱਤੇ ਉਹ ਮਾਲਕ ਵਾਹਿਗੁਰੂ ਕਿਰਪਾ ਕਰਦਾ ਨਾ, ਕਿਰਪਾ ਕਰਕੇ ਆਪਣਾ ਨਾਮ ਉਹਨੂੰ ਦੇ ਦਿੰਦਾ ਹੈ। ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ, ਬੜਭਾਗੀ ਜਨ ਨਾਨਕ ਸੇ। ਮਹਾਰਾਜ ਕਹਿੰਦੇ ਅਖੀਰ ਦੇ ਵਿੱਚ ਕਹਿ ਰਹੇ ਨੇ ਹੇ ਨਾਨਕ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਨੇ ਜਿਹਦੇ ਉੱਤੇ ਮਾਲਕ ਵਾਹਿਗੁਰੂ ਕਿਰਪਾ ਕਰਦਾ, ਰਹਿਮਤ ਕਰਦਾ, ਬਖਸ਼ਿਸ਼ ਕਰਦਾ। ਗੁਰੂ ਕਿਰਪਾ ਕਰੇ ਜੀ। ਆਪਾਂ ਲੜੀ ਦੇ ਤਹਿਤ 13 ਨੰਬਰ ਅਸ਼ਟਪਦੀ ਦੀ ਵਿਚਾਰ ਕੀਤੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਅਸੀਂ ਲੜੀਵਾਰ ਕਥਾ ਵਿਚਾਰ ਨਾਲ ਜੁੜੇ ਰਹੀਏ, ਤਾਂ ਕਿ ਸਾਡਾ ਜੀਵਨ ਸ਼ਬਦ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਸਚਿਆਰ ਬਣ ਜਾਵੇ, ਸੋਹਣਾ ਬਣ ਜਾਵੇ। ਇੰਨੀ ਬੇਨਤੀ ਕਰਿਓ ਪ੍ਰਵਾਨ ਜੀ। ਆਓ ਅੰਤ ਵਿੱਚ ਫਤਿਹ ਨਾਲ ਪਾਈਏ ਸਾਂਝ।
ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ